ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਸ਼ਬਦ 53 ਅੰਗ ਤੇ 101ਵਾਂ ਸ਼ਬਦ ਅਸ਼ਟਪਦੀਆਂ ਦੇ ਰੂਪ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸੋ ਹੁਣ ਸ੍ਰੀ ਰਾਗ ਦੀਆਂ ਅਸ਼ਟਪਦੀਆਂ ਪ੍ਰਾਰੰਭ ਹੋਣ ਲੱਗੀਆਂ ਹਨ। ਇੱਕ ਓੰਕਾਰ, ਜੋ ਓੰਕਾਰ ਪ੍ਰਮਾਤਮਾ ਵਾਹਿਗੁਰੂ ਹੈ, ਕੇਵਲ ਇੱਕੋ ਇੱਕ ਹੈ ਅਤੇ ਸਤਿਗੁਰਾਂ ਦੀ ਪ੍ਰਸਾਦ ਹੁੰਦੀ ਕਿਰਪਾ। ਜਦੋਂ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਤਾਂ ਓੰਕਾਰ ਪਰਮੇਸ਼ਰ ਦੇ ਨਾਲ ਜੀਵ ਦਾ ਮਿਲਾਪ ਹੁੰਦਾ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆਂ। ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਅਸ਼ਟਪਦੀਆਂ ਹੁੰਦੀਆਂ 8 ਪੌੜੀਆਂ ਦੇ ਸ਼ਬਦ ਆਉਣਗੇ। ਹੁਣ ਤੱਕ 4 ਜਾਂ 6, 5 ਪੌੜੀਆਂ ਦੇ ਸ਼ਬਦ ਆਏ ਨੇ, 100 ਸ਼ਬਦ। ਸੋ ਇਹ 101ਵਾਂ ਸ਼ਬਦ ਅਸ਼ਟਪਦੀਆਂ ਦੇ ਰੂਪ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਘਰ ਪਹਿਲਾ, ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ ਅਸ਼ਟਪਦੀਆਂ ਦਾ। ਸੋ ਇਹ ਜਿਹੜਾ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ ਹੈ, ਉਥਾਨਕਾ ਇਸ ਪ੍ਰਕਾਰ ਦੱਸਦੇ ਨੇ ਕਿ ਇੱਕ ਦਿਨ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਆਪ ਜੀ ਦੀ ਕਿਰਪਾ ਨਾਲ ਬੜੇ ਬੜੇ ਅਸਥਾਨ ਅਤੇ ਤੀਰਥ ਦੇਖੇ ਆ, ਪਰ ਮੁਸਲਮਾਨ ਜਿਹਨੂੰ ਖੁਦਾ ਦਾ ਘਰ ਆਖਦੇ ਨੇ ਉਸ ਮੱਕੇ ਦੇ ਦਰਸ਼ਨ ਨਹੀਂ ਕੀਤੇ। ਆਪ ਕਿਰਪਾ ਕਰਕੇ ਵਿਖਾ ਦਿਓ। ਮਹਾਰਾਜ ਨੇ ਬਚਨ ਕੀਤਾ ਉਹ ਤਾਂ ਬਹੁਤ ਦੂਰ ਹੈ, ਉੱਥੇ ਜਾਣਾ ਬੜਾ ਔਖਾ ਹੈ। ਭਾਈ ਮਰਦਾਨਾ ਜੀ ਨੇ ਕਿਹਾ ਆਪ ਜੀ ਲਈ ਤਾਂ ਕੋਈ ਔਖਾ ਨਹੀਂ ਮਹਾਰਾਜ, ਜੇ ਆਪ ਜੀ ਨੇ ਦਰਸ਼ਨ ਨਾ ਕਰਵਾਇਆ ਤਾਂ ਕੌਣ ਕਰਵਾਵੇਗਾ। ਭਾਈ ਮਰਦਾਨੇ ਜੀ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਜੀ ਚੱਲ ਪਏ। ਸਰੀਰ ਉੱਪਰ ਮਹਾਰਾਜ ਨੇ ਨੀਲੇ ਰੰਗ ਦੇ ਕੱਪੜੇ ਪਾਏ ਅਤੇ ਬਗਲ ਵਿੱਚ ਕਿਤਾਬ, ਕਿਉਂਕਿ ਉੱਥੋਂ ਦਾ ਲਿਬਾਸ ਬਣਾਉਣਾ ਸੀ ਐਸਾ। ਸਿਰ ਦੇ ਉੱਤੇ ਲੰਬੀ ਜੀ ਇੱਕ ਉਸ ਢੰਗ ਦੀ ਟੋਪੀ ਜੀ ਪਾ ਲਈ, ਹੱਥ ਵਿੱਚ ਸੋਟਾ ਪਕੜ ਲਿਆ, ਗਲ ਵਿੱਚ ਨਿਊ, ਮੱਥੇ ਤੇ ਤਿਲਕ। ਭਾਈ ਬਾਲੇ ਨੂੰ ਅਸਥਾਵਾ ਤੇ ਮੁਸੱਲਾ ਫੜਾ ਦਿੱਤਾ। ਹੁਣ ਇਹ ਨਾ ਪਤਾ ਲੱਗੇ ਕਿ ਇਹ ਕੌਣ ਨੇ, ਕਿਸ ਧਰਮ ਦੇ ਨੇ। ਮਹਾਰਾਜ ਦਾ ਕੌਤਕ ਐਸਾ ਹੁੰਦਾ ਸੀ ਜਿਹਨੂੰ ਦੇਖ ਕੇ ਲੋਕਾਂ ਦੀ ਖਿੱਚ ਬਣੇ ਮਹਾਰਾਜ ਵੱਲ। ਚਲਦੇ ਚਲਦੇ ਚੋਜੀ ਪ੍ਰੀਤਮ ਪੱਖਰ ਸੱਖਰ ਆ ਪਹੁੰਚੇ, ਜਿੱਥੇ ਅੱਗੇ ਮੁਲਤਾਨ ਆਦਿਕਾਂ ਦੇ ਪੀਰ ਇਕੱਠੇ ਹੋ ਕੇ ਬੈਠੇ ਹੋਏ ਸਨ ਮੱਕੇ ਜਾਣ ਲਈ। ਉੱਥੇ ਬੈਠਿਆਂ ਉਹਨਾਂ ਪੀਰਾਂ ਨਾਲ ਕਾਫੀ ਵਿਚਾਰ ਹੋਈ। ਰਾਤ ਪੈਣ ਤੇ ਸਾਰੇ ਸੌਂ ਗਏ। ਉਹ ਹਾਜੀ ਸਵੇਰ ਸਾਰੀ ਗੁਰੂ ਜੀ ਨੂੰ ਛੱਡ ਕੇ ਆਪ ਤੁਰ ਗਏ। ਜਦ ਗੁਰੂ ਸਾਹਿਬ ਨੇ ਉੱਠ ਕੇ ਵੇਖਿਆ ਕਿ ਪੀਰ ਤਾਂ ਸਾਰੇ ਤੁਰ ਗਏ ਨੇ, ਅਸੀਂ ਇਸ ਥਾਂ ਤੇ ਇਕੱਲੇ ਰਹਿ ਗਏ ਹਾਂ, ਫਿਰ ਮਰਦਾਨੇ ਨੂੰ ਕਿਹਾ ਉੱਥੇ ਹਿੰਦੂ ਤਾਂ ਕੋਈ ਜਾ ਨਹੀਂ ਸਕਦਾ, ਤੂੰ ਮੱਕੇ ਜਾਣ ਦਾ ਸੰਕਲਪ ਛੱਡ ਦੇ। ਭਾਈ ਮਰਦਾਨੇ ਨੇ ਕਿਹਾ ਗੁਰੂ ਜੀ ਆਪ ਜੀ ਨੂੰ ਕੋਈ ਨਹੀਂ ਰੋਕ ਸਕਦਾ, ਆਪ ਜ਼ਰੂਰ ਚੱਲੋ। ਤਦੋਂ ਮਹਾਰਾਜ ਨੇ ਕਿਹਾ ਰਬਾਬ ਲੈ ਕੇ ਪ੍ਰਭੂ ਦਾ ਜਸ ਗਾ, ਉਹ ਪ੍ਰਭੂ ਤੇਰੀ ਆਸ ਪੂਰੀ ਕਰੇਗਾ। ਸੋ ਮਹਾਰਾਜ ਦੀ ਆਗਿਆ ਮੰਨ ਕੇ ਸ਼ਬਦ ਗਾਇਆ। ਭੋਗ ਪੈ ਜਾਣ ਤੇ ਅੱਖਾਂ ਖੋਲੀਆਂ ਤਾਂ ਕੀ ਵੇਖਦਾ ਕਿ ਮੱਕੇ ਵਿੱਚ ਬੈਠੇ ਆ। ਮਹਾਰਾਜ ਨੇ ਬਚਨ ਕੀਤਾ ਮਰਦਾਨਿਆਂ ਰੱਜ ਕੇ ਦਰਸ਼ਨ ਕਰ ਲੈ। ਰਾਤ ਪਈ, ਫਿਰ ਗੁਰੂ ਜੀ ਮਹਾਰਾਜ ਮੱਕੇ ਵੱਲ ਚਰਨ ਕਰਕੇ ਬਿਰਾਜਮਾਨ ਹੋ ਗਏ। ਸਵੇਰ ਸਾਰ ਜਦੋਂ ਜੀਵਨ ਨਾਮੇ ਕਾਜੀ ਸੇਵਾ ਕਰਨ ਲਈ ਆਇਆ ਤਾਂ ਵੇਖਿਆ ਕਿ ਮੂੰਹ 'ਚੋਂ ਅੱਖਰ ਐਸਾ ਬੋਲਿਆ, ਇਹ ਕਿਹੜਾ ਸੁੱਤਾ ਕੁਫਰ ਕੁਫਾਰੀ। ਮਹਾਰਾਜ ਨੇ ਬੜੇ ਪ੍ਰੇਮ ਨਾਲ ਕਿਹਾ ਅਸੀਂ ਥੱਕੇ ਹੋਏ ਸੀ, ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਜਿਸ ਪਾਸੇ ਮੱਕਾ ਨਹੀਂ ਹੈ ਤੂੰ ਸਾਡੇ ਉੱਧਰ ਚਰਨ ਕਰ ਦੇ। ਜਦ ਕਾਜੀ ਨੇ ਉਸ ਵਕਤ ਮਹਾਰਾਜ ਦੇ ਚਰਨ ਪਕੜ ਕੇ ਉਸ ਪਾਸੇ ਨੂੰ ਕਰ ਦਿੱਤੇ ਜਿੱਧਰ ਮੱਕਾ ਨਹੀਂ ਸੀ, ਮੱਕਾ ਨਾਲ ਹੀ ਘੁੰਮ ਗਿਆ ਸਾਰਾ ਹੀ। ਤਾਂ ਕਾਜੀ ਨੇ ਸਮਝਿਆ ਇਹ ਕੋਈ ਸ਼ਕਤੀਵਾਨ ਹੈ, ਉਸ ਵਕਤ ਚਰਨੀ ਪੈ ਗਿਆ ਮਹਾਰਾਜ ਦੇ। ਸੋ ਇਹਨਾਂ ਕੋਲੋਂ ਦਿਲ ਦੀ ਮੁਰਾਦ ਹਾਸਲ ਕਰੀਏ। ਕਾਜੀ ਨੇ ਪੁੱਛਿਆ ਮਹਾਰਾਜ ਆਪ ਤਾਂ ਅੱਲਾ ਦੇ ਬੰਦੇ ਲੱਗਦੇ ਹੋ। ਉਸ ਵਕਤ ਮਹਾਰਾਜ ਨੂੰ ਕਹਿਣ ਲੱਗਿਆ ਆਪ ਕਿਰਪਾ ਕਰੋ, ਮੈਨੂੰ ਵੀ ਦੱਸੋ ਕਿ ਉਹ ਅੱਲਾ ਕੈਸਾ ਹੈ। ਮਹਾਰਾਜ ਨੇ ਬਚਨ ਕੀਤਾ। ਇਹ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਪ੍ਰਯੋਜਨ ਹੈ। ਬਾਬਾ ਅੱਲਾਹ ਆਗਮ ਅਪਾਰ
कहण लगे भाई वो जिहड़ा अल्लाह है ना अगम खौफ तो रहत है ते अपार पारावार तो रहत है। फिर काजी ने पूछा उसकी प्राप्ति किवें हो सकती है। उस वक्त महाराज ने शब्द जो प्रारंभ करके सुनाया है उत्तर देंदे ने महाराज बाणी दे राही आख आख मन बावना ज्यों ज्यों जापै वाए। परमेश्वर दे नामां नूं आख आख के मन दे कोलों वावना उचरावना करावे। ज्यों ज्यों वाए हुंदा उचरावना जापै तो भाव जानेगा त्यों त्यों आनंद होवेगा। फिर कहंदे ने आखने वाला हो के परमेश्वर दे नाम नूं आख के मन वावना मनन करना जाने। ज्यों ज्यों मनन करना जानेगा त्यों त्यों आनंद आवेगा। इस करके महाराज सच्चे पातशाह ने ये वचन कीता जिसनों वाए सुनाई है सो केवड़ कित थाए। जिस परमेश्वर दे नाम नूं वाए हुंदा उचार के मनन करके सुनाउणा है वो परमात्मा किड्डा क वड्डा है अते उहदे रहण दा थां किहड़ा है। सो केवड़ कित थाए। तां महाराज ने उत्तर दिता जिन्हों उचार के मनन करके मन नूं मांझ के मन नूं सूखम करके सुनाउणा वो किड्डा क वड्डा कहीए अते इस करके किहड़ा थां कहीए क्योंकि सारे थां ही उहदे ने। फिर काजी कहण लग्या उहदा अंत किसी ने पाया महाराज अज तक। तां सतगुरु महाराज कहण लगे आखण वाले जेतड़े सब आख रहे लिव लाए। महाराज कह रहे जिन्ने क दुनिया च बंदे होए ने होणगे अज ने इन्हां कही जाना कह कह के उहदे च लिव लग जांदी असल विच। जदों कह कह के वाहिगुरू वाहिगुरू अल्लाह अल्लाह कोई करदा आराम करदा ਉਹਦੇ 'ਚ ਸੁਰਤੀ ਜੁੜ ਜਾਂਦੀ ਹੈ। ਜਦੋਂ ਸੁਰਤੀ ਬਿਰਤੀ ਲਗਾ ਕੇ ਆਖ ਰਹੇ ਨੇ ਉਹ ਫਿਰ ਉਹਦੇ ਵਿੱਚ ਹੀ ਸਮਾ ਜਾਂਦੇ ਨੇ ਲੀਨ ਹੋ ਜਾਂਦੇ ਨੇ। ਜਦੋਂ ਸੁਰਤੀ ਲਾ ਕੇ ਲੀਨ ਹੋ ਗਿਆ ਤਾਂ ਹੁਣ ਅੰਤ ਕਿਹਦਾ ਪਾਉਣਾ ਜਦੋਂ ਵਿੱਚ ਹੀ ਲੀਨ ਹੋ ਜਾਂਦਾ ਇਨਸਾਨ। ਬਾਬਾ ਅੱਲਾਹ ਅਗਮ ਅਪਾਰ। ਇਹ ਭਾਈ ਜਿਹੜਾ ਉਹ ਅੱਲਾ परमात्मा ना वो अगम हुंदा खौफ तो रहत है डर तो रहत है निरभौ निर्वैर है अते अपार हुंदा पारावार तो रहत है बेअंत गुणा वाला परमात्मा है। पाकी नाई पाक थाए सच्चा परवदिगार रहाओ। ओदी जिहड़ी है ना नाई वो वडियाई जिहड़ी आ वो पाकी तो पाप पवित्र है। ਉਹਦੇ ਰਹਿਣ ਦਾ ਜਿਹੜਾ ਸੱਚਖੰਡ ਥਾਂ ਹੈ ਸਤ ਸੰਗਤ ਹੈ ਸਰੂਪ ਦਾ ਰੂਪ ਥਾਂ ਹੈ ਉਹ ਵੀ ਪਵਿੱਤਰ ਹੈ। ਤਾਕੀ ਨਾਈ ਪਾਕ ਥਾਂ ਹੈ ਸੱਚਾ ਪਰਵਦਿਗਾਰ ਉਹ ਸੱਚਾ ਵਾਹਿਗੁਰੂ ਸਾਰਿਆਂ ਦੀ ਪਰਵਦਿਗਾਰ ਪਾਲਣਾ ਕਰਨ ਵਾਲਾ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੈ ਕੋਏ। ਇਹ ਨਹੀਂ ਜਾਪੀ ਤੋਂ ਭਾਵ ਜਾਣਿਆ ਜਾਂਦਾ कि ਉਹਦਾ ਹੁਕਮ ਜਿਹੜਾ ਕੇਤੜਾ ਕਿੱਡਾ ਕੁ ਵੱਡਾ ਅਤੇ ਨਾ ਹੀ ਕੋਈ ਲਿਖ ਸਕਦਾ। ਕਾਜੀ ਨੇ ਕਿਹਾ ਕਵੀ ਲੋਕ ਤਾਂ ਕਹਿ ਸਕਦੇ ਹੋਣਗੇ ਉਹਦੇ ਹੁਕਮ ਨੂੰ ਕਵਿਤਾ ਦੇ ਰਾਹੀਂ ਲਿਖ ਲਿਖ ਕੇ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜੇ ਸੌ ਸਾਇਰ ਮੇਲੀ ਹੈ ਤਿਲ ਨਾ ਪੁਜਾਵੈ ਹੈ ਰੋਏ। ਜੇ ਬਿਆਸ ਵਸਿਸ਼ਟ ਆਦਿਕ ਸੈਂਕੜੇ एक नहीं सैकड़े शायर लै लीए कवि लै लीए इकट्ठे कर लीए व्यास ते वशिष्ठ वर्गे माड़े मोटे कवि नहीं इन्ना 100 जाना इकट्ठा हो जाए 200 सैकड़े हज़ारां इकट्ठे हो जान तां भी वो तिल मात्र भी उहदी जिहड़ी है ना शोभा नूं पुज नहीं सकते। एको हंग बहु श्याम परजा ये इस रोए बाणी नूं तिल मात्र भी नहीं पुज सकते। रोए तो भाव बाणी भाव सुरस्ती भी तिल मात्र ओदी शोभा नूं पुज नहीं सकती। यतन तो बहुत करते ने पर शोभा कह नहीं सकते। अखीर अंत नूं रोण लग जाते ने अंत कारण केते बिल लाहे। भावें सैकड़े शायर मिल जाण ओदी उपमा नहीं कर सकते। कीमत किनै ना पाईया सब सुन सुन अख है सोए। ਹੁਣ वेदां शास्त्रां तो संतां महात्मा कोलों सुन सुन के सारे ਉਹਦੀ शोभा ਨੂੰ आखदे ने पर ਉਹਦੀ कीमत किसी ने पाई नहीं है अज तक।
कही जाते ने कोई वड्डा है, कोई कहते वो एडा है, कोई एडा है, पर उसकी कीमत कौन पा सकता है? पीर, पैकामर, सालक, साधक, सुहदे और शहीद। हुण पीर जिहड़े मुसलमानां दे ने, गुरु जिहड़े हुंदे उन्हां दे पीर कहंदे उन्हां नूं। पैकामर हुंदा पैगंबर, रब दा पैगाम सुनेहा लियाउण वाले, मुहम्मद आदक। सालक हुंदे ने जिहड़े ज्ञानवान बंदे ने। साधक हुंदे ने जिहड़े सिदक वाले जग्यासू ने। सोहदे हुंदे ने गरीब साध विचारे। सोहदा हुंदा एक भेख भी हुंदा। ਅਤੇ शहीद ਜਿਹੜੇ युद्ध ਵਿੱਚ सन्मुख लड़ के शरीर त्यागण वाले ने। ਇੰਨੀਆਂ ਵੱਡੀਆਂ ਜਿਹੜੀਆਂ ਹਸਤੀਆਂ ਨੇ, ਸ਼ੇਖ, ਮਸਾਇਕ, ਕਾਜੀ, ਮੁੱਲਾ, ਦਰ, ਦਰਵੇਸ਼, ਰਸ਼ੀਦ। ਮੁਸਲਮਾਨਾਂ ਦੇ ਮਤ ਵਿੱਚੋਂ ਸ਼ੇਖ ਵੱਡੇ ਹੁੰਦੇ ਨੇ। ਮਸਾਇਕ ਉਹ ਹੁੰਦੇ ਮਿਹਨਤਾਂ ਕਰਨ ਵਾਲੇ। ਕਾਜੀ ਉਹ ਹੁੰਦੇ ਨੇ ਜਿਹੜੇ ਧਾਰਮਿਕ ਜੱਜ ਹੁੰਦੇ, ਨਿਆਂ ਕਰਨ ਵਾਲੇ। ਮੁੱਲਾ ਜੋ ਲੜਕਿਆਂ ਨੂੰ ਮਸੀਤ ਵਿੱਚ ਪੜ੍ਹਾਉਣ ਵਾਲੇ ਹੁੰਦੇ ਨੇ। ਇਹਨਾਂ ਸਾਰਿਆਂ ਵਿੱਚੋਂ ਜੋ ਰੱਬ ਦੇ ਦਰਵਾਜ਼ੇ ਦੇ ਦਰਵੇਸ਼ ਫਕੀਰ ਹੋਏ ਨੇ, ਉਹ ਰੱਬ ਦੇ ਪਾਸ ਰਸੀਦ ਹੁੰਦਾ ਪਹੁੰਚ ਗਏ ਨੇ। ਕੇਵਲ ਉਹੀ ਪਹੁੰਚੇ ਨੇ, ਬਾਕੀ ਦੇ ਸਾਰੇ ਤਾਂ ਉੱਥੇ ਤਾਂ ਅੰਤ ਪਾ ਨਹੀਂ ਸਕੇ। ਬਰਕਤ ਤਿਨ ਕੋ ਅਗਲੀ, ਪੜ੍ਹਦੇ ਰਹਿਣ ਦਰੂਦ। ਭਾਵੇਂ ਖੁਦਾ ਵੱਲੋਂ ਉਹਨਾਂ ਨੂੰ ਅਗਲੀ ਤੋਂ ਭਾਵ ਬਹੁਤੀ ਬਰਕਤ ਮਿਲਦੀ ਹੈ, ਫਿਰ ਵੀ ਉਹ ਦਰੂਦ ਹੁੰਦਾ, ਬੇਨਤੀਆਂ ਦੇ ਸ਼ਬਦ ਪੜ੍ਹਦੇ ਹੀ ਰਹਿੰਦੇ ਨੇ। ਖੁਦਾ ਦੇ ਕੋਲ ਜਾ ਕੇ ਵੀ ਬੇਨਤੀਆਂ ਹੀ ਠੀਕ ਰਹਿੰਦੀਆਂ ਨੇ, ਕਿਉਂਕਿ ਉਹ ਖੁਦਾ ਇੰਨਾ ਤਕੜਾ, ਇੰਨਾ ਵੱਡਾ ਹੈ। ਉਹ ਕਿਸੇ ਨੂੰ ਪੁੱਛ ਕੇ ਕੋਈ ਕੰਮ ਨਹੀਂ ਕਰਦਾ, ਉਹ ਆਪ ਹੀ ਸਭ ਕੁਝ ਕਰਦਾ। ਜਦੋਂ ਕਰਦਾ, ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਦੇਵੈ ਲੇ। ਪਰਮਾਤਮਾ ਨਾ ਤਾਂ ਕਿਸੇ ਪਾਸੋਂ ਪੁੱਛ ਕੇ ਜਗਤ ਨੂੰ ਸਾਜਦਾ, ਨਾ ਹੀ ਕਿਸੇ ਪਾਸੋਂ ਪੁੱਛ ਕੇ ਢਾਉਂਦਾ, ਅਤੇ ਨਾ ਹੀ ਕਿਸੇ ਪਾਸੋਂ ਪੁੱਛ ਕੇ ਦਿੰਦਾ ਜਾਂ ਲੈਂਦਾ। ਉਹਦੀ ਮਰਜ਼ੀ ਹੈ, ਜਿਹਨੂੰ ਦੇਣਾ ਦਾਤ ਦੇਣੀ ਹੈ, ਜਿਹਦੇ ਕੋਲੋਂ ਵਾਪਸ ਲੈਣਾ ਹੈ, ਇਹ ਉਹਦੀ ਆਪਣੀ ਇੱਛਾ ਹੀ ਹੁੰਦੀ ਹੈ। ਬਾਕੀ ਇਨਸਾਨਾਂ ਦੀਆਂ ਤਾਂ ਗੱਲਾਂ ਹੀ ਨੇ। ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਸਾਰੇ ਜ਼ੋਰ ਲਾ ਲਾ ਹਟ ਜਾਂਦੇ ਨੇ। ਆਪਣੀ ਕੁਦਰਤ ਆਪੇ ਜਾਣੈ, ਆਪੇ ਕਰਨ ਕਰੇ। ਆਪਣੀ ਜਿਹੜੀ ਸ਼ਕਤੀ ਆ ਉਹਨੂੰ ਆਪ ਹੀ ਜਾਣਦਾ। ਕੁਦਰਤ ਤੋਂ ਭਾਵ ਸ਼ਕਤੀ, ਅਤੇ ਆਪ ਹੀ ਸ੍ਰਿਸ਼ਟੀ ਦੇ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਆਪ ਹੀ ਸਾਧਨ ਬਣਾਉਣ ਵਾਲਾ ਹੈ। ਸਭਨਾ ਵੇਖੈ ਨਦਰ ਕਰ, ਜੈ ਭਾਵੈ ਤੈ ਦੇ। ਉਹ ਪ੍ਰਮਾਤਮਾ ਸਾਰਿਆਂ ਨੂੰ ਆਪਣੀ ਨਿਗਾਹ ਕਰਕੇ ਦੇਖਦਾ। ਸਾਰੀ ਦੁਨੀਆ ਨੂੰ ਦੇਖੀ ਜਾ ਰਿਹਾ, ਹੁਣ ਵੀ ਦੇਖਦਾ। ਪਰ ਜਿਹੜਾ ਬੰਦਾ ਉਹਨੂੰ ਚੰਗਾ ਲੱਗਦਾ, ਭਾ ਜਾਂਦਾ, ਉਹਨੂੰ ਕੀ ਭਾਉਂਦਾ ਇਹ ਵੀ ਉਹਨੂੰ ਹੀ ਪਤਾ। ਜਿਹੜਾ ਉਹਨੂੰ ਭਾਉਂਦਾ, ਭਾਵ ਉਹਦੇ ਭਾਣੇ ਨੂੰ ਮੰਨਦਾ, ਉਹਨੂੰ ਨਾਮ ਦੀ ਦਾਤ ਦਿੰਦਾ। ਉਹ ਨਹੀਂ ਕਹਿੰਦਾ ਕਿ ਮੈਂ ਇਹਨੂੰ ਦੇਣੀ ਦਾਤ ਜਾਂ ਇਹਨੂੰ ਨਹੀਂ ਦੇਣੀ ਜਾਂ ਇਹਨੂੰ ਦੇ ਦਿਓ ਜੀ, ਸਿਫਾਰਿਸ਼ ਵੀ ਨਹੀਂ ਚੱਲਦੀ। ਉਹਨਾਂ ਦੀ ਖੁਸ਼ੀ ਹੋ ਜਾਂਦੀ ਕਿਸੇ ਪਰ, ਬਸ ਉਸੇ ਉੱਤੇ ਆਪ ਹੀ ਕਿਰਪਾ ਕਰ ਦਿੰਦੇ ਨੇ। ਥਾਵਾਂ ਨਾਮ ਨਾ ਜਾਣੀਆਂ ਹੈ, ਨਾਵਾ ਕੇਵਡ ਨਾਉ। ਉਹਦੀਆਂ ਥਾਵਾਂ ਜਿਹੜੀਆਂ ਜਗ੍ਹਾ ਦੇ ਨਾਂ ਹੀ ਨਹੀਂ ਜਾਣੇ ਜਾਂਦੇ। ਅਸੰਖ ਨਾਵ, ਅਸੰਖ ਥਾਵ, ਅਗੰਮ ਅਗੰਮ, ਅਸੰਖ ਲੋਹ। ਉਹਦੇ ਥਾਂ ਤੇ ਨਾਂ ਜਾਣੇ ਨਹੀਂ ਜਾ ਸਕਦੇ, ਕਿੰਨੇ ਕਿੰਨੇ ਪਤਾ ਹੀ ਨਹੀਂ ਲੱਗਦਾ ਜੋ ਨਾਮਾਂ ਵਿੱਚੋਂ ਕਿਹੜਾ ਨਾਂ ਵੱਡਾ ਹੈ। ਜਿੱਥੈ ਵਸੈ ਮੇਰਾ ਪਾਤਸ਼ਾਹ, ਸੋ ਕੇਵਡ ਹੈ ਥਾਉ। ਜਿਸ ਜਗ੍ਹਾ ਤੇ ਮੇਰਾ ਪਾਤਸ਼ਾਹ ਪਰਮੇਸ਼ਰ ਵਸਦਾ ਹੈ, ਸੱਚਖੰਡ, ਉਹ ਥਾਂ ਕਿੱਡਾ ਕੁ ਵੱਡਾ ਹੈ, ਇਹ ਵੀ ਅੱਜ ਤੱਕ ਕਿਸੇ ਨੂੰ ਗਿਆਨ ਨਹੀਂ ਹੋਇਆ। ਜੇ ਪ੍ਰਸ਼ਨ ਰੂਪ ਵਿੱਚ ਲਈਏ ਕਿ ਮਹਾਰਾਜ ਉਹ ਕਿੱਥੇ ਵਸਦਾ ਹੈ, ਥਾਂ ਕਿੱਡਾ ਕੁ ਹੈ, ਤਾਂ ਸਤਿਗੁਰੂ ਉੱਤਰ ਦੇ ਕੇ ਕਹਿੰਦੇ ਨੇ, ਅੰਬੜ ਕੋਇ ਨਾ ਸਕਈ, ਹਉ ਕਿਸਨੋਂ ਪੁੱਛਣ ਜਾਓ। ਉੱਥੋਂ ਤੱਕ ਕੋਈ ਅੰਬੜ ਹੁੰਦਾ ਪਹੁੰਚ ਹੀ ਨਹੀਂ ਸਕਦਾ। ਸੱਚਖੰਡ ਥਾਂ ਤੱਕ ਮੈਂ ਕਿਹਦੇ ਕੋਲੋਂ ਜਾ ਕੇ ਪੁੱਛਣਾ ਕਰਾਂ ਵੀ ਉਹ ਕਿੱਡਾ ਕੁ ਵੱਡਾ ਹੈ, ਪਰਮੇਸ਼ਰ ਦਾ ਥਾਂ ਕਿੱਥੇ ਕੁ ਹੈ। ਵਰਨਾ ਵਰਨ ਨਾ ਭਾਵਨੀ, ਜੇ ਕਿਸੇ ਵੱਡਾ ਕਰੇ। ਉਹ ਪ੍ਰਮਾਤਮਾ ਜੇਕਰ ਕਿਸੇ ਨੂੰ ਕਹਿੰਦੇ ਵੱਡਾ ਕਰ ਦਿੰਦਾ, ਤਾਂ ਵਰਨ ਨੂੰ ਵਰਨ ਅਤੇ ਅਵਰਨ ਨੂੰ ਅਵਰਨ ਨਹੀਂ ਸੀ ਭਾਵਨਾ। ਕਾਜੀ ਨੇ ਕਿਹਾ ਉਹ ਪ੍ਰਮਾਤਮਾ ਵਰਨ ਵਾਲਿਆਂ ਨੂੰ ਵੱਡਾ ਕਰਦਾ ਜਾਂ ਅਵਰਨ ਵਾਲਿਆਂ ਨੂੰ। ਤਾਂ ਮਹਾਰਾਜ ਕਹਿੰਦੇ ਕਾਜੀ, ਜੇ ਉਹ ਪ੍ਰਮਾਤਮਾ ਕਿਸੇ ਨੂੰ ਵੱਡਾ ਕਰਨਾ ਚਾਹੇ
ਤਾਂ ਉਹਨੂੰ ਉੱਚੇ ਵਰਨਾਂ ਚੋਂ ਅਤੇ ਅਵਰਨਾਂ ਚੋਂ ਕੋਈ ਮਨੁੱਖ ਨਹੀਂ ਪਾਉਂਦਾ। ਉਹ ਤਾਂ ਪ੍ਰੇਮ ਦਾ ਭੁੱਖਾ ਹੈ ਪਰਮਾਤਮਾ। ਸੋ ਜੇ ਉਹ ਪ੍ਰਭੂ ਆਪ ਆਪਣਾ ਆਪ ਦੇ ਕੇ ਕਿਸੇ ਨੂੰ ਵੱਡਾ ਕਰਦਾ ਤਾਂ ਉਸ ਨੂੰ ਗੁਰਮੁਖ ਨੂੰ ਸਮਦ੍ਰਿਸ਼ਟੀ ਸੁਭਾਅ ਦੀ ਸ਼ਕਤੀ ਨਾਲ ਵਰਨ ਅਵਰਨ ਰੂਪ ਦੁੰਦਵਾਦ ਚੋਂ ਬਾਹਰ ਕੱਢ ਲੈਂਦਾ, ਕਿਉਂਕਿ ਵਰਨ ਅਵਰਨ ਰੂਪ ਦੁੰਦਵਾਦ ਨਹੀਂ ਪਾਉਂਦਾ। ਉਹਨੂੰ ਸੁਭਾਅ ਬਣਾ ਦਿੰਦਾ ਜੀਵ ਦਾ। ਇਹ ਨਹੀਂ ਕਿਹਾ ਜਾ ਸਕਦਾ ਕਿ ਕੋਈ ਧਰਮ ਵਾਲਾ ਵੱਡਾ, ਕੋਈ ਉਹਨੂੰ ਵਰਨ ਵਾਲਾ ਵੱਡਾ, ਕੋਈ ਅਵਰਨ ਵਾਲਾ ਵੱਡਾ ਲੱਗਦਾ। ਉਹਦਾ ਪਤਾ ਹੀ ਨਹੀਂ ਲੱਗਦਾ ਕਿ ਉਹ ਕਿੱਥੇ ਕਿਰਪਾ ਕਰ ਦਿੰਦਾ ਹੈ। ਵਾਹਿਗੁਰੂ ਨੂੰ ਹੀ ਪਤਾ ਕਿਸ ਜੀਵ ਤੇ ਮਿਹਰ ਕਰਦਾ। ਅਸੀਂ ਇਹ ਹਉਮੈ ਹੰਗਤਾ ਨਹੀਂ ਕਰ ਸਕਦੇ ਕਿ ਮੈਂ ਹੀ ਵੱਡਾ ਜਾਂ ਮੈਂ ਖੁਦਾ ਦੇ ਦਰ ਤੇ ਰਹਿੰਦਾ ਵੀ ਤੂੰ ਕਹੇ ਕਿ ਮੈਂ ਹੀ ਵੱਡਾ ਹਾਂ। ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ ਕਿ ਉਹ ਕਿਸ ਨੂੰ ਨਿਵਾਜਦਾ ਹੈ। ਇਹ ਬਸ ਉਹਦੀ ਮਰਜ਼ੀ ਤੇ ਗੱਲ ਸਾਰੀ ਹੈ। ਵੱਡੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ। ਸਾਰੀਆਂ ਵਡਿਆਈਆਂ ਵੱਡੇ ਪਰਮਾਤਮਾ ਦੇ ਹੱਥ ਵਿੱਚ ਹੀ ਨੇ। ਜਿਹਨੂੰ ਚਾਹੁੰਦਾ ਹੈ ਨਾ ਉਸੇ ਨੂੰ ਵਡਿਆਈ ਦੇ ਦਿੰਦਾ ਉਹ। ਆਪਾਂ ਆਪਣਾ ਕਰਮ ਕਰੀ ਜਾਓ, ਬਸ ਸੇਵਾ ਕਰੀ ਜਾਓ, ਸਿਮਰਨ ਕਰੀ ਜਾਓ, ਉਹਦੇ ਭਾਣੇ ਅੰਦਰ ਰਹੀਏ, ਕਰਮ ਕਰੀ ਜਾਈਏ ਤੇ ਧਿਆਨ ਰੱਖੀਏ ਉਹਦਾ। ਬੇਨਤੀਆਂ ਵੀ ਕਰੀਏ, ਇਹ ਵਾਹਿਗੁਰੂ ਕਿਰਪਾ ਕਰੋ, ਆਪਣੀ ਨਦਰ ਕਰੋ, ਸਾਨੂੰ ਆਪਣੇ ਨਾਲ ਮੇਲ ਲਓ, ਅੱਗੇ ਤੁਹਾਡੀ ਰਜਾ। ਧੱਕੇ ਨਾਲ ਨਹੀਂ ਕੋਈ ਕਹਿ ਸਕਦਾ ਕਿ ਮੈਨੂੰ ਮਿਲੋ ਜੀ, ਮੈਂ ਇੰਨੀ ਪਾਠ ਕੀਤੇ, ਮੈਂ ਇੰਨੀ ਸੇਵਾ ਕੀਤੀ ਆ, ਮੈਂ ਇੰਨੀ ਤਪੱਸਿਆ ਕੀਤੀ ਹੈ। ਕਿਉਂਕਿ ਉਹਨੂੰ ਜੇ ਭਾਉਣ ਲੱਗਦਾ ਤਾਂ ਛੋਟੀ ਜਿਹੀ ਚੀਜ਼ ਭਾ ਜਾਂਦੀ ਹੈ, ਨਹੀਂ ਭਾਉਂਦੀ ਤਾਂ ਬਹੁਤੀ ਵੀ ਨਹੀਂ ਭਾਉਂਦੀ। ਉਹਨੇ ਦੇਖਣਾ ਕਿ ਉਹਨੂੰ ਕੀ ਭਾਉਂਦਾ, ਕਿਉਂਕਿ ਉਹਦੀ ਨਿਗਾਹ ਵਿੱਚ ਉੱਚੀ ਜਾਤੀ ਵਾਲਿਆਂ ਦਾ ਕੋਈ ਲਿਹਾਜ਼ ਨਹੀਂ। ਸੋ ਜਿਵੇਂ ਪੰਪਾਸਰ ਵਾਲੇ ਮਹਾਤਮਾ ਆਪਣੀਆਂ ਕੁਟੀਆਂ ਹੀ ਸਵਾਰਦੇ ਰਹਿ ਗਏ, ਪਰ ਰਾਮਚੰਦਰ ਜੀ ਅਵਰਨਾ ਚੋਂ ਜੋ ਭੀਲਣੀ ਸੀ ਉਹਦੇ ਘਰ ਹੀ ਚਲੇ ਗਏ ਸੀ, ਕਿਉਂਕਿ ਉਹ ਬ੍ਰਹਮ ਗਿਆਨ ਦੇ ਵਿੱਚ ਸੀਗੀ, ਉਹ ਹੰਕਾਰ ਵਿੱਚ ਹੀ ਰਹੇ। ਹੁਕਮ ਸਵਾਰੇ ਆਪਣੇ ਚੱਸਾ ਨਾ ਢਿੱਲ ਕਰੇ। ਜਿਹਦੇ ਅੰਤਿਕਰਨ ਨੂੰ ਆਪਣੇ ਹੁਕਮ ਵਿੱਚ ਸਵਾਰਦਾ ਉਹਨੂੰ ਫਲ ਦੇਣ ਲੱਗਿਆਂ ਮਾੜੀ ਜੀ ਵੀ ਦੇਰ ਨਹੀਂ ਕਰਦਾ। ਜਦੋਂ ਪ੍ਰਕਾਸ਼ ਹੁੰਦਾ ਕਿਸੇ ਨੂੰ, ਇਹ ਨਹੀਂ ਹੁੰਦਾ ਕਿ ਉਹ ਦੇਰ ਲਾ ਕੇ ਹੁੰਦਾ। ਜਦੋਂ ਉਹਨੇ ਪ੍ਰਕਾਸ਼ ਕਰਨਾ ਹੈ ਬਸ ਛਿਨ ਮਾਤਰ ਵਿੱਚ ਹੀ ਸਾਰੇ ਕਿਤੇ ਉਹਨੂੰ ਪ੍ਰਕਾਸ਼ ਦਿਖਾ ਦਿੰਦਾ। ਜਿਹਦੇ ਉੱਤੇ ਕਿਰਪਾ ਕਰਦਾ ਉਹ ਹੈਰਾਨ ਰਹਿ ਜਾਂਦਾ ਕਿ ਮੈਂ ਤਾਂ ਇੰਨੀ ਕਮਾਈ ਵੀ ਨਹੀਂ ਕੀਤੀ ਮਹਾਰਾਜ, ਜੇ ਤੁਸੀਂ ਮੇਰੇ ਉੱਤੇ ਕਿਰਪਾ ਕਰ ਦਿੱਤੀ। ਕਹਿੰਦੇ ਬਸ ਮੇਰਾ ਮਨ ਆ ਗਿਆ ਤੇਰੇ ਤੇ, ਮੈਨੂੰ ਤੂੰ ਚੰਗਾ ਲੱਗਿਆ। ਹੁਕਮ ਸਵਾਰੇ ਆਪਣੇ ਚੱਸਾ ਨਾ ਢਿੱਲ ਕਰੇ। ਆਪਣੇ ਹੁਕਮ ਦੇ ਵਿੱਚ ਕੀ ਕਹਿੰਦੇ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਚਰ ਚਲ ਤੁਮਾਰੇ ਐਸਾ ਹੈ ਮਾਲਕ ਸਾਡਾ। ਸਭ ਕੋ ਆਖੈ ਬਹੁਤ ਬਹੁਤ ਲੈਣਾ ਕੈ ਵਿਚਾਰ। ਸਭ ਕੋਈ ਉਹਦੇ ਜਸ ਨੂੰ ਬਹੁਤ ਤੋਂ ਬਹੁਤ ਕਹਿੰਦੇ ਨੇ, ਨਿਸ਼ਕਾਮ ਹੋ ਕੇ ਕੋਈ ਨਹੀਂ ਕਹਿੰਦਾ। ਕਿਉਂਕਿ ਜਿਹੜਾ ਬੰਦਾ ਉਹਦਾ ਪਾਠ ਕਰਦਾ, ਜਸ ਕਰਦਾ, ਬਾਣੀ ਪੜ੍ਹਦਾ, ਅੱਲਾ ਦਾ ਜਾਪ ਕਰਦਾ, ਕੋਈ ਰਾਮ ਰਾਮ ਕਰਦਾ, ਉਹ ਕਿੰਨੇ ਕਰਦੇ ਨੇ, ਲੈਣ ਦੇ ਵਿਚਾਰ ਨੂੰ ਮੁੱਖ ਰੱਖ ਕੇ ਹੀ ਕੋਈ ਪਾਠ ਕਰਦਾ। ਸਕਾਮੀ ਹੋ ਕੇ ਦੁਨੀਆ ਬਾਣੀ ਪੜ੍ਹਦੀ ਹੈ, ਸਕਾਮੀ ਹੋ ਕੇ ਹੀ ਕੋਈ ਅੱਲਾ ਦਾ ਜਾਪ ਕਰਦਾ, ਕੋਈ ਰਾਮ ਦਾ ਜਾਪ ਕਰਦਾ, ਕੋਈ ਗੌਡ ਮੈਰੀ ਦਾ ਜਾਪ ਕਰਦਾ। ਜੇ ਕਿਸੇ ਨੂੰ ਕੋਈ ਕੰਮ ਹੁੰਦਾ ਤਾਂ ਬਾਣੀ ਪੜ੍ਹਨ ਲੱਗਦਾ, ਤਾਂ ਕੋਈ ਰੱਬ ਦੀ ਮਾਲਾ ਫੜਦਾ। ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਦੁੱਖ ਲਾਗੈ ਤਾਂ ਰਾਮ ਪੁਕਾਰਾ ਹੈ। ਉਹਦੇ ਜਸ ਦਾ ਵਰਣਨ ਕਰਦੇ ਲੋਕ ਸਕਾਮੀ ਹੋ ਕੇ ਕਰਦੇ ਨੇ, ਪਰ ਉਹ ਦਿੰਦਾ ਸਾਰਿਆਂ ਨੂੰ ਹੀ ਹੈ। ਨਿਸ਼ਕਾਮ ਹੋ ਕੇ ਕੋਈ ਕੋਈ ਬੰਦਾ ਉਹਦਾ ਜਸ ਕਰਦਾ। ਕੇਵੜ ਦਾਤਾ ਆਖੀਐ ਦੇ ਕੇ ਰਹਿਆ ਸੁਮਾਰ। ਉਹਨੂੰ ਕਿੱਡਾ ਕੁ ਵੱਡਾ ਦਾਤਾ ਕਥਨ ਕਰੀਏ ਜੋ ਖਾਣ ਪਾਣ ਦੇ ਕੇ ਸਾਰਿਆਂ ਦੀ ਸਾਰ ਸੰਭਾਲ ਕਰ ਰਿਹਾ, ਸੋ ਦੇ ਕੇ ਸਭ ਦੀ ਗਿਣਤੀ ਕਰ ਰਿਹਾ ਕਿ ਕੋਈ ਰਹਿ ਨਾ ਜਾਵੇ। ਨਾਨਕ ਤੋਟ ਨਾ ਆਵਈ ਤੇਰੇ ਜੁਗ ਹੈ ਭੰਡਾਰ। ਮਹਾਰਾਜ ਕਥਨ ਕਰਦੇ ਕਾਜੀ ਉਹਨੂੰ ਕਦੇ ਘਾਟਾ ਨਹੀਂ ਆਉਂਦਾ। ਉਹਦੇ ਜੁਗਾਂ ਜੁਗਾਂ 'ਚ ਭੰਡਾਰੇ ਭਰੇ ਪਏ ਨੇ। ਪਰਮਾਤਮਾ ਦੇ ਭੰਡਾਰੇ ਕਦੇ ਵੀ ਊਣੇ ਨਹੀਂ ਹੁੰਦੇ। ਉਹਦੇ ਭੰਡਾਰੇ ਵਿੱਚੋਂ ਜਿੰਨਾ ਕੋਈ ਕੱਢ ਲੇ ਓਨਾ ਹੀ ਫੇਰ ਵੱਧ ਜਾਂਦਾ, ਜਿੰਨਾ ਕੋਈ ਕੱਢ ਲੇ ਓਨਾ ਹੀ ਫੇਰ ਵੱਧ ਜਾਂਦਾ। ਪਰਮਾਤਮਾ ਦੇ ਭੰਡਾਰੇ ਕਦੇ ਊਣੇ ਨਹੀਂ ਹੁੰਦੇ।